देख रहे हैं टाइम टीवी न्यूज 24। आइए डालते हैं आज की खास खबरों पर एक नजर। खबर अमृतसर से है, जहां अंकोर थाना मजीठा के ग्राम अनैतापुर में कल जमींदारों और गुज्जरों के बीच हाथापाई में 2 गुज्जरों की मौत हो गई। दोनों पक्षों के कुछ लोग घायल हो गए, जिन्हें इलाज के लिए विभिन्न अस्पतालों में भर्ती कराया गया है। आपको बता दें कि मौके पर पहुंची पुलिस ने मामले को अपने हाथ में ले लिया है। अनीतापुर गांव में भारी पुलिस सुरक्षा के बीच गुज्जर समुदाय के लोगों को दफना दिया गया है। गांव में काफी तनाव का माहौल है। पुलिस की छापेमारी और गुज्जरों के डर से सभी जमींदार अपना घर छोड़ चुके हैं। मरे हुए गुज्जरों को दफनाने के बाद बड़ी संख्या में गुज्जर गांव में जमा हो गए हैं। इस बीच गुज्जर समाज का एक बड़ा जमावड़ा पुलिस पर आरोपित के गिरफ्तार करने का दबाव बना रहा है, जिससे गांव में काफी तनाव है। लोग डरे हुए हैं। जमींदारों की महिलाएं यहां तक कह रही हैं कि दोनों पक्षों के बीच झगड़ा हो गया है, लेकिन पुलिस एक तरफा कार्रवाई कर रही है। उनके आदमियों को मनोनीत किया गया है। मेरा नाम गुरमीत कौर आ, पिंड अनैतपुर आ। ਹਾਂਜੀ ਤੇ ਇਹ ਕੀ ਮੁਸ਼ਕਲ ਜੀ ਤੁਹਾਨੂੰ ਮੁਸ਼ਕਲ ਇਹ ਆ ਕਿ ਗੁੱਜਰਾਂ ਨੇ ਆਣ ਕੇ ਕੱਲ ਆਪੇ ਪਰਾਲੀ ਨੂੰ ਅੱਗ ਲਾ ਕੇ ਤੇ ਲਾਲਾ ਕਰਦੇ ਆਣ ਕੇ ਘਰਾਂ ਦੇ ਬੂਹੇ ਭੰਨੇ, ਪਹਿਲਾਂ ਫਿਰ ਹੱਥ ਜੋੜ ਕੇ ਕੱਢੇ ਪਿੰਡੋਂ, ਪਰ ਦੁਬਾਰਾ ਫਿਰ ਇਹਨਾਂ ਨੇ ਆਣ ਕੇ ਹੱਲਾ ਮਾਰਿਆ। ਬਹੁਤ ਗੁੱਜਰਾਂ ਨੇ ਗਾਲਾਂ ਕੱਢੀਆਂ ਤੇ ਬਹੁਤ ਗੰਦਾ ਬੰਦਾ ਬੋਲਿਆ ਆ ਤੇ ਸਾਡੇ ਜਿਹੜੇ ਨੌਜਵਾਨ ਆ ਤੇ ਉਹ ਵੀ ਘਰੋਂ ਬੇਕਾਰ ਹੋਏ ਆ। ਸਾਡੀ ਕਿਸੇ ਨੇ ਨਹੀਂ ਸੁਣਵਾਈ ਕੀਤੀ ਤੇ ਸਾਡੀ ਹੁਣ ਸੁਣਵਾਈ ਹੋਣੀ ਚਾਹੀਦੀ ਪੰਜਾਬ ਸਰਕਾਰ ਨੂੰ। ਉਹਦੇ ਨਾਲ ਨੂੰ ਸਾਨੂੰ ਬਹੁਤ ਹੀ ਖਤਰਾ ਹੈ ਗੁੱਜਰਾਂ ਤੋਂ। ਭੈਣ ਜੀ ਇਹ ਜਿਹੜਾ ਕੀ ਮਾਮਲਾ ਕੀ ਸੀਗਾ, ਜਿੱਦਾਂ ਗੋਲੀ ਵੀ ਚੱਲੀ ਆ ਤੁਹਾਡੇ ਪਿੰਡ ਤੇ ਇਹ ਕੀ ਗੱਲ ਸ਼ੁਰੂ ਕਿੱਥੋਂ ਹੁੰਦੀ, ਮਾੜੀ ਜਿਹੀ ਦੱਸੋ ਜੀ ਗੱਲ। ਸ਼ੁਰੂ ਇਹ ਹੁੰਦੀ ਆ ਕਿ ਜਦੋਂ ਕਿਸੇ ਦਾ ਰੇੜਾ ਆ ਰਿਹਾ ਸੀ ਨਾ ਪੱਠਿਆਂ ਦਾ, ਉੱਥੇ ਕੋਈ ਉਹਨਾਂ ਦੀ ਆਪਸ ਵਿੱਚ ਰੇੜੇ ਤੋਂ ਉਹਨਾਂ ਦਾ ਟਰੈਕਟਰ ਉਹਨਾਂ ਨੇ ਰੇੜੇ ਦੇ ਵਿੱਚ ਪਲਟਾਤਾ ਰੇੜਾ ਉਹਨਾਂ ਦਾ ਜੱਟ ਦਾ, ਤੇ ਟਰਾਲੀ ਦੇ ਵਰਕੇ ਉਹਨਾਂ ਨੇ ਇੰਨੀ ਗੱਲ ਆਖੀ ਨਾ ਵੀ ਮੈਂ ਵੀ ਮੇਰੀ ਟਰਾਲੀ ਜਿਹੜਾ ਟਰੈਕਟਰ ਆ ਪਲਟਾਤਾ ਆ, ਤੁਸੀਂ ਇਹ ਕਾਹਦੇ ਹੱਥ ਪਲਟਾਇਆ। ਉਹ ਗਲ ਪੈ ਗਏ, ਗੁੱਜਰ ਹੋਰ ਉਹਨਾਂ ਬੜੇ ਸੱਦ ਲਏ ਆ। ਉਹ ਫਿਰ ਇਸ ਗੱਲ ਤੋਂ ਬਾਅਦ ਮਰ ਕੇ ਵੀ ਹੱਥ ਪੈਰ ਜੋੜੇ ਆ, ਉਹ ਕੋ ਥਾਣੇ ਚਲੇ ਗਏ। ਜੇ ਸਾਡੇ ਮੁੰਡਿਆਂ ਨੂੰ ਸੱਟਾਂ ਲਾਤੀਆਂ ਜ਼ਿਆਦਾ ਉਹਨਾਂ ਨੇ, ਉਹ ਫਿਰ ਹਸਪਤਾਲ ਸਰਕਾਰੀ ਚਲੇ ਗਏ। ਉਸ ਟਾਈਮ 'ਤੇ ਜਿਹੜੇ ਬੱਚੇ ਉੱਥੇ ਸਰਕਾਰੀ ਹਸਪਤਾਲ 'ਚ ਦਾਖਲ ਸੀ ਤੇ ਇਹਨਾਂ ਨੇ ਮਰ ਕੇ 11:30 ਵਜੇ ਆਣ ਕੇ ਮਰ ਕੇ ਦੁਬਾਰਾ ਹੱਲਾ ਬੋਲਿਆ, ਬਹੁਤ ਜ਼ਿਆਦਾ ਰੋੜੇ ਇੱਟੇ ਚਲਾਏ ਆ ਤੇ ਬੂਹੇ ਭੰਨੇ ਤੋਰੇ ਆ ਪਿੰਡ ਦੇ, ਤੇ ਬਹੁਤ ਗੰਦ ਬੋਲਿਆ ਜੇ। ਹੁਣ ਦੀ ਕੀ ਸਿਚੁਏਸ਼ਨ ਹੈਗੀ ਆ? ਹੁਣ ਇਹ ਕਿ ਪਿੰਡ ਦੇ ਵਿੱਚ ਇੰਨਾ ਮਾਹੌਲ ਖਰਾਬ ਆ ਨਾ ਕਿ ਗੁੱਜਰ ਜਿਹੜਾ ਕਿ ਬਾਹਰ ਜਨਾਨੀ ਨਿਕਲਦੀ ਆ ਤੇ ਗੁੱਜਰ ਐ ਵਹਿੰਦੇ ਆ ਲਾਲ ਅੱਖਾਂ ਕੱਢ ਕੇ, ਤੇ ਗੁੱਜਰ ਝੁੰਡ ਬਣ ਕੇ ਐ ਗੱਲ ਨੂੰ ਪੈਣ ਤੱਕ ਤਿਆਰ ਹੁੰਦੇ ਆ, ਗੇਟ ਟੱਪਣ ਤੱਕ ਤਿਆਰ ਹੁੰਦੇ ਆ। ਉਹ ਜਿਹੜਾ ਅਸੀਂ ਫਿਰ ਵੀ ਛਾਂ ਹਟ ਕੇ ਤਾਂ ਆਪਣੀ ਜਾਨ ਬਚਾਉਂਦੇ ਆ। ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਨੂੰ ਬਹੁਤ ਹੀ ਜ਼ਿਆਦਾ ਖਤਰਾ ਹੈ, ਜਾਂ ਇਹਨਾਂ ਨੂੰ ਪਿੰਡਾਂ 'ਚੋਂ ਬਾਹਰ ਕੱਢ ਦਿੱਤਾ ਜਾਵੇ। ਸਾਡੇ ਘਰੋਂ ਬੇਕਾਰ ਆ, ਡੰਗਰ ਭੁੱਖੇ ਮਾਰੇ ਆ, ਤਰਲੇ ਲੈ ਰਹੇ ਆ। ਕਿਹੜਾ ਪਿੰਡ ਤੁਹਾਡਾ? ਹਾਂਜੀ ਸਾਡਾ ਅਨੈਤਪੁਰਾ ਜੀ ਬਾਜੀ। ਤੇ ਆ ਜਿਹੜੇ ਤੁਹਾਡੇ ਕੱਲ ਪਿੰਡ ਦੇ ਵਿੱਚ ਘਟਨਾ ਹੋਈ ਆ, 2 ਬੰਦੇ ਮਰੇ ਆ, ਹਾਂਜੀ। ਉਸ ਤੋਂ ਬਾਅਦ ਹੁਣ ਕੀ ਮਾਹੌਲ ਹੈਗਾ ਪਿੰਡ ਦਾ ਤੇ ਕੀ ਮੁਸ਼ਕਲ ਆ ਰਹੀ ਤੁਹਾਨੂੰ? ਸਾਨੂੰ ਵੇਖੋ ਜੀ, ਬੰਦੇ ਤੇ ਬਾਹਰ ਆ ਤੇ ਜਨਾਨੀਆਂ ਅਸੀਂ ਘਰ ਆ, ਤੇ ਅਸੀਂ ਨਾ ਤੇ ਪੱਠੇ ਪਾ ਸਕਦੇ ਆ ਡੰਗਰਾਂ ਨੂੰ, ਤੇ ਜਿਹੜੇ ਸਾਡੇ ਅਸੀਂ ਚੋਂਦੇ ਵੀ ਆ ਉਹ ਵੀ ਸਾਡਾ ਦੁੱਧ ਘਰਾਂ 'ਚ ਹੀ ਪਿਆ, ਉਹ ਵੀ ਸਾਡਾ ਖਰਾਬ ਹੋਣ ਡਿਆ। ਸਾਨੂੰ ਇਹ ਚਾਹੀਦਾ ਵੀ ਗੁੱਜਰ ਜਿਹੜੇ ਸਾਡੇ ਪਿੰਡ ਤੋਂ ਬਾਹਰ ਜਾਣੇ ਚਾਹੀਦੇ ਆ। ਸਾਨੂੰ ਹਰ ਵੇਲੇ ਦੀ ਔਖ ਆ, ਹਰ ਵੇਲੇ ਆਪ ਹੀ ਇਹ ਕਹਿ ਕੇ ਸਾਰਾ ਕੁਝ ਆਪ ਹੀ ਨੁਕਸਾਨ ਕਰ ਦਿੰਦੇ ਆ, ਤੇ ਸਾਡੇ ਜਾਣ ਕੇ ਜ਼ਿਮੀਂਦਾਰਾਂ ਦੇ ਨਾਂ ਜਿਹੜੇ ਆ ਝੂਠੇ ਲੱਗਣ ਡਿਆ। ਤੇ ਸਾਡੇ ਸਰਪੰਚ ਦਾ ਵੀ ਨਜਾਇਜ਼ ਵਿਚਾਰਾ ਉਹ ਆਇਆ ਸੀਗਾ, ਉਹਦਾ ਵੀ ਇਹਨਾਂ ਸਿਰ ਪਾੜ ਕੇ ਤੇ ਗੁੱਜਰਾਂ ਨੇ ਤੇ ਉਹਨੂੰ ਵੀ ਹਸਪਤਾਲ ਜਿਹੜਾ ਉਹ ਕੀਤਾ ਵਾ ਰੈਫਰ। ਬੰਦੇ ਕਿੱਥੇ ਦਾਖਲ ਹੈਗੇ ਇਸ ਟਾਈਮ? ਇਸ ਟਾਈਮ ਸਾਡੇ ਇਹਨਾਂ ਦੇ ਬੱਚੇ ਜਿਹੜੇ ਆ ਮਤਲਬ ਦੂਸਰਿਆਂ ਘਰਾਂ ਦੇ, ਉਹ ਸਾਰੇ ਸਰਕਾਰੀ ਹਸਪਤਾਲ ਹੀ ਰੈਫਰ ਕੀਤੇ ਗਏ, ਜਿਨ੍ਹਾਂ ਦੀਆਂ ਲੱਤਾਂ ਬਾਹਾਂ ਤੇ ਆਪਣੇ ਸਿਰ ਸੁਰ ਪਾੜੇ ਨੇ ਬੱਚਿਆਂ ਦੇ। ਸਭ ਤੋਂ ਪਹਿਲ ਇਹਨਾਂ ਗੁੱਜਰਾਂ ਨੇ ਕੀਤੀ ਆ, ਕਿਉਂਕਿ ਉਹਨਾਂ ਨੂੰ ਲੱਤਾਂ ਬਾਹਾਂ ਤੋੜ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਕਲਾਇਆ ਸੀ। ਜਦੋਂ ਇਹ ਲੜਾਈ ਹੋਈ ਬੱਚੇ ਇਹਦੇ ਵਿੱਚ ਸ਼ਾਮਲ ਨਹੀਂ ਸੀ ਹੈਗੇ। ਤੇ ਤੁਸੀਂ ਇਹ ਦੱਸੋ ਵੀ ਜਿਹੜੇ ਜਿੱਦਾਂ ਕਿ ਭਾਰੀ ਗਿਣਤੀ 'ਚ ਜਿਹੜੀ ਪੁਲਿਸ ਪ੍ਰਸ਼ਾਸਨ ਇੱਥੇ ਫੋਰਸ ਲੱਗੀ ਆ, ਉਹਦੇ ਵੱਲੋਂ ਤੁਹਾਨੂੰ ਕੋਈ ਸਹਾਇਤਾ ਨਹੀਂ ਹੈ ਜੀ? ਨਹੀਂ, ਉਹ ਵਿਚਾਰੇ ਗੇਟ ਭੰਨੇ ਇਹਨਾਂ ਦੇ। ਹਾਂਜੀ, ਉਹਨਾਂ ਦੇ ਹੁੰਦਿਆਂ ਜਦੋਂ ਪੁਲਿਸ ਵੀ ਹੈਗੀ ਤਾਂ ਵੀ ਉਹਨਾਂ ਨੇ ਗੇਟ ਭੰਨੇ। ਉਹਨਾਂ ਇਹ ਨਹੀਂ ਵੇਖਿਆ ਵੀ ਮੁਲਾਜ਼ਮ ਆ ਸਾਡੇ ਕੋਲ ਜਾਂ ਸਾਨੂੰ ਕੋਈ ਡਰ ਆ। ਉਹਨਾਂ ਨੂੰ ਕੋਈ ਡਰ ਨਹੀਂ ਜੇ ਸਾਨੂੰ 24 ਘੰਟੇ ਦੀ ਸਾਨੂੰ ਬਹੁਤ ਇਹਨਾਂ ਤੋਂ ਦੁੱਖ ਸਾਨੂੰ ਇਹ ਆ ਵੀ ਤੁਸੀਂ ਇਹਨਾਂ ਨੂੰ ਜਾਂ ਤੇ ਕਿਤੇ ਬਾਹਰ ਜਗ੍ਹਾ ਲਈ ਜਾਵੇ, ਕਿਤੇ ਬਾਹਰ ਰੈਫਰ ਕੀਤਾ ਜਾਵੇ। ਅਸੀਂ ਪਿੰਡ 'ਚ ਬਹੁਤ ਦੁਖੀ ਜੇ, ਕੁਝ ਘਰ ਸਾਡੇ ਜਿਹੜੇ ਆ ਉਹ ਇਸੇ ਦੁੱਖ ਤੋਂ ਮਾਰੇ ਸ਼ਹਿਰ ਚਲ ਗਏ ਨੇ। ਅਜੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਜਿਹੜੇ ਹਥਿਆਰਾਂ ਦਾ ਵੀ ਸਾਡਾ ਨਾਂ ਲਾਉਂਦੇ ਆ, ਸਾਡੇ ਪਿੰਡ 'ਚ ਪਹਿਲੀ ਗੱਲ ਤੇ ਕੋਈ ਹਥਿਆਰ ਹੀ ਨਹੀਂ ਹੈਗਾ। ਜਿਹੜੇ ਇਹਦੇ ਚਲਾਏ ਵੀ ਆ, ਇਹ ਨਜਾਇਜ਼ ਸਾਡੇ ਬੱਚਿਆਂ ਦੇ ਨਾਂ ਲਾਉਣ ਡੇ, ਇਹ ਵੀ ਗੱਲ ਗਲਤ ਜੇ। ਹੁਣ ਤੁਸੀਂ ਕੀ ਮੰਗ ਕਰਦੇ ਜੇ? ਅਸੀਂ ਇਹੋ ਮੰਗ ਕਰਦੇ ਆ ਵੀ ਇਹ ਇਨਸਾਫ ਹੋਣਾ ਚਾਹੀਦਾ। ਜਿਹੜਾ ਨਜਾਇਜ਼ ਨਾਂ ਲਾਉਂਦੇ ਸਾਡੇ ਬੱਚਿਆਂ ਨੂੰ, ਨਜਾਇਜ਼ ਹਰ ਇੱਕ ਦਾ ਨਾਂ ਲਾ ਕੇ ਕਹੀ ਜਾਂਦੇ ਆ ਉਹ ਜੇ ਪਿੰਡ 'ਚ,
ਇਹਦਾ ਇਨਸਾਫ ਮਿਲਣਾ ਚਾਹੀਦਾ। ਸਾਡੇ ਬੱਚੇ 'ਚ ਕੋਈ ਕਸੂਰ ਨਹੀਂ, ਨਾ ਕਿਸੇ ਨੇ ਕੋਈ ਗੋਲੀ ਮਾਰੀ ਆ, ਨਾ ਕੋਈ ਸਬੂਤ ਹੈਗਾ, ਨਾ ਕੋਈ ਗੱਲ ਹੈਗੀ, ਨਜਾਇਜ਼ ਨਾ ਲਾਉਣ ਡਿਆ ਜੀ। ਨਹੀਂ ਜਿਹੜੇ ਕੱਲ ਗੋਲੀਆਂ ਚੱਲੀਆਂ, ਜਿਹੜੇ ਮਰੇ ਆ 2 ਗੁੱਜਰ ਜਿਹੜੇ ਮਰ ਗਏ ਆ, ਫਿਰ ਉਹ ਕਿੱਦਾਂ? ਉਹ ਅਣਪਛਾਤੇ ਕੋਈ ਬਾਹਰੋਂ ਆਏ, ਉਹਨਾਂ ਮਾਰੇ ਜਾਂ ਗੁੱਜਰਾਂ ਨੇ ਮਾਰੇ ਹੋਣਗੇ, ਇਸ ਬਾਰੇ ਨਹੀਂ ਅਸੀਂ ਕੋਈ ਕਹਿ ਸਕਦੇ, ਕਿਉਂਕਿ ਸਾਡੇ ਪਿੰਡ ਦਾ ਕੋਈ ਨਾ ਕਿ ਕੋਈ ਅਸਲਾ ਹੈਗਾ, ਨਾ ਕੋਈ ਕੁਝ ਹੈਗਾ, ਨਾ ਕੋਈ ਗਨ ਹੈਗੀ ਆ। ਤੇ ਜਿਹੜਾ ਇਹ ਪੁਲਿਸ ਜਿਹੜੀ ਲੱਗੀ ਆ ਸਾਰੇ ਪਿੰਡ ਦੇ ਵਿੱਚ, ਇਹ ਮਤਲਬ ਸਾਰੇ ਪਿੰਡ ਵਾਲਿਆਂ ਨੂੰ ਮੁਸ਼ਕਲ, ਇਹਦੇ ਚੋਂ ਜਿੰਨੇ ਜ਼ਿਮੀਂਦਾਰਾਂ ਦੇ ਘਰ ਆ ਸਾਰਿਆਂ ਨੂੰ ਅੰਦਰ ਨਜ਼ਰਬੰਦ ਕੀਤਾ ਉਹਨਾਂ ਨੇ? ਅਸੀਂ ਆਪ ਹੀ ਡਰਦੇ ਬੰਦ ਹੋਏ ਆ ਕਿ ਅਸੀਂ ਹੁਣ ਡਰਦੇ ਆ। ਕੱਲ ਪ੍ਰਧਾਨ ਜੀ ਅੱਜ ਥਾਣੇ ਬੈਠੀ ਹੈ ਯੂਨੀਅਨ ਆ ਕੇ, ਤੇ ਕੀ ਗੱਲਬਾਤ ਹੋ ਗਈ ਆ? ਮਸਲਾ ਜੀ ਕੱਲ ਦਾ ਜੋ ਇੱਕ 2 ਪਰਿਵਾਰਾਂ ਦੇ ਵਿੱਚ ਜਿਹੜਾ ਝਗੜਾ ਆਇਆ ਵਾ, ਇੱਕ ਗੁੱਜਰ ਪਰਿਵਾਰ ਆ ਤੇ ਇੱਕ ਜਿਹੜਾ ਜ਼ਿਮੀਂਦਾਰ ਪਰਿਵਾਰ ਆ, ਉਹਨਾਂ ਦਾ ਕਿਸੇ 2-3 ਸਾਲ ਤੋਂ ਪਰਿਵਾਰ ਜਿਹੜੇ ਗੁੱਜਰ ਪਰਿਵਾਰ ਉੱਥੇ ਬੈਠਾ ਵਾ, ਤੇ 2-3 ਸਾਲ ਤੋਂ ਜਾਨੀ ਕਿ ਡੇਲੀ ਉਹਨਾਂ ਦਾ ਹਰ ਵਾਰੀ ਉਹ ਧੱਕਾ ਕਰਦੇ ਸੀ ਪਿੰਡ ਵਾਲਿਆਂ ਦੇ ਨਾਲ। ਉਹਨਾਂ ਦੀ ਜਿਹੜੀ ਫਸਲ ਜਿਹੜੀ ਉਹ ਜੜਾ ਕਰਦੇ ਸੀ ਫਸਲ ਦਾ, ਤੇ 2 ਤਾਂ ਸੱਟਾਂ ਵੀ ਲਾਈਆਂ। ਕੱਲ ਵੀ ਇਸ ਤੋਂ ਪਹਿਲਾਂ ਜਦੋਂ ਇਹ ਵਾਕਿਆ ਹੁੰਦਾ, ਇਸ ਤੋਂ ਪਹਿਲਾਂ ਦੇ ਵਿੱਚ ਜਿਹੜਾ ਇਹਨਾਂ ਮੁੰਡਿਆਂ ਨੇ ਗੁੱਜਰਾਂ ਨੇ ਲਿਆ ਕੇ ਆਪਣੇ ਬੰਦੇ ਤੇ ਮੁੰਡਿਆਂ ਨੂੰ ਸੱਟਾਂ ਲਾਤੀਆਂ, ਤੇ ਬਾਅਦ ਦੇ ਵਿੱਚ ਫਿਰ ਵਾਪਸ ਇਹ ਗੁੱਜਰ ਪਰਿਵਾਰ ਜਿਹੜੇ ਆ, ਇਹਨਾਂ ਨੇ ਬਾਹਰੋਂ ਬੰਦੇ ਸੱਦ ਕੇ, ਕੋਈ ਜੰਮੂ ਤੋਂ ਸੱਦਿਆ, ਕੋਈ ਭਿੱਖੀਵਿੰਡੋਂ ਸੱਦਿਆ, ਕੋਈ ਤਰਨਤਾਰਨੋਂ ਸੱਦਿਆ। ਤੁਸੀਂ ਵੇਖਿਆ ਨਾ, ਇੱਕ ਜਦੋਂ ਪੋਸਟਮਾਰਟਮ ਹੋਣ ਡਿਆ, ਉਹ ਗੁੱਜਰ ਪਰਿਵਾਰ ਆਂਦਾ ਸੀ ਕਿ ਮੈਂ ਤਰਨਤਾਰਨੋਂ ਆਇਆ ਵਾਂ, ਯਾਨੀ ਤਰਨਤਾਰਨੋਂ ਸੱਦਣ ਦੀ ਇਹਨਾਂ ਇੰਨਾ ਬੰਦਾ ਸੱਦ ਲਿਆ ਸੀ, ਤੇ ਫਿਰ ਉਹਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਜਾ ਕੇ। ਜਦੋਂ ਵੀਡੀਓ ਦੇ ਵਿੱਚ ਸਭ ਕੁਝ ਆਉਣ ਡਿਆ ਵਾ, ਘਰ ਤੇ ਹਮਲਾ ਕੀਤਾ, ਗੇਟ ਤੋੜਨ ਡਿਆ, ਤੇ ਜਦੋਂ ਤੁਹਾਨੂੰ ਪਤਾ ਸਿਰ ਤੋਂ ਪਾਣੀ ਲੰਘ ਜਾਂਦਾ ਤੇ ਮਜਬੂਰ ਕੋਈ ਜਿਹੜਾ ਉਹ ਆਪਣਾ ਆਪ ਵਿਖਾਉਂਦਾ ਵਾ। ਹੋਇਆ ਮਾੜਾ ਵਾ, ਜਿਹੜੇ ਨੌਜਵਾਨ ਜਿਹੜੇ ਮੁੰਡੇ ਮਾਰੇ ਗਏ ਆ, ਬਹੁਤ ਧੱਕਾ ਆ, ਇਹ ਕੰਮ ਨਹੀਂ ਹੋਣਾ ਚਾਹੀਦਾ। ਪਰ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਵੀ ਕਿਸੇ ਦੇ ਘਰ ਦੇ ਉੱਤੇ ਜਾ ਕੇ ਹਮਲਾ ਕਰਨਾ, ਕਿਸੇ ਦੇ ਪਰਿਵਾਰ ਦੇ ਲੇਡੀਜ਼ ਨੂੰ ਮਾੜਾ ਚੰਗਾ ਬੋਲਣਾ, ਦਰਵਾਜ਼ੇ ਤੋੜਨੇ, ਇਹ ਸ਼ੋਭਾ ਨਹੀਂ ਦਿੰਦਾ। ਇਸ ਕਰਕੇ ਸਾਡੀ ਕਿਰਤੀ ਪੰਜਾਬ ਤੇ ਦੂਜੀਆਂ ਜਥੇਬੰਦੀਆਂ ਵੀ, ਜਮਹੂਰੀ ਕਿਸਾਨ ਸਭਾ ਸਾਡੇ ਨਾਲ ਖਲੋਤੇ ਆ, ਜਮਹੂਰੀ ਸਭਾ ਪੰਜਾਬ, ਹੋਰ ਵੀ ਜਥੇਬੰਦੀਆਂ ਸੰਪਰਕ ਕਰਕੇ ਅਸੀਂ ਵੱਡੇ ਲੈਵਲ ਦੇ ਉੱਤੇ ਇਸ ਮਸਲੇ ਨੂੰ ਲੈ ਰਹੇ ਹਾਂ। ਤੇ ਅਸੀਂ ਵੀ ਆਨੇ ਆ ਕਿਸੇ ਦੇ ਨਾਲ ਧੱਕਾ ਨਾ ਹੋਵੇ, ਬਿਲਕੁਲ ਇਨਸਾਫ ਮਿਲੇ। ਇਹਦਾ ਮਤਲਬ ਇਹ ਨਹੀਂ ਕਿ ਬਾਹਰੋਂ ਜੰਮੂ ਸੱਦ ਲਏ ਬੰਦੇ ਤੇ ਯੂਪੀਓਂ ਸੱਦ ਲਏ ਤੇ ਇੱਧਰੋਂ ਸੱਦ ਲਏ ਤੇ ਆ ਕੇ ਜ਼ਿਮੀਂਦਾਰਾਂ ਦੇ ਉੱਤੇ ਹਮਲੇ ਕਰ ਦੇਣਗੇ। ਅਸੀਂ ਪੂਰਾ ਜ਼ਿਮੀਂਦਾਰ, ਕਿਸਾਨ, ਮਜ਼ਦੂਰ ਇਹ ਬਿਲਕੁਲ ਗੱਲ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਵੀ ਆ ਕੇ ਤੇ ਇਸ ਛੋਟੇ ਜਿਹੇ ਮਸਲੇ ਨੂੰ ਬਾਹਰੋਂ ਆ ਕੇ ਤੇ ਜ਼ਬਰਦਸਤੀ ਧੱਕੇ ਦੇ ਨਾਲ ਜਿਹੜੀ ਇਹ ਲੋਕਾਂ ਦੇ ਉੱਤੇ ਹਮਲਾ ਕਰ ਦੇਣਗੇ, ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਅੱਛਾ ਪ੍ਰਧਾਨ ਜੀ, ਗੱਲ ਇਦਾਂ ਵਾ ਵੀ ਤੁਸੀਂ ਕਹਿੰਦੇ ਜੋ ਕਿ ਉਹਨਾਂ ਦੇ ਘਰ ਜਾ ਕੇ ਪਏ ਆ, ਤਾਂ ਗੁੱਜਰਾਂ ਨੇ ਬੰਦੇ ਇਕੱਠੇ ਕੀਤੇ, ਕੀ ਜ਼ਿਮੀਂਦਾਰ ਪਰਿਵਾਰ ਵੀ ਕਿਸੇ ਨੂੰ ਸੱਟ ਵੱਜੀ ਹੈ ਜੀ? ਜ਼ਿਮੀਂਦਾਰ ਪਰਿਵਾਰਾਂ ਦੇ ਗੋਲੀਆਂ ਵੱਜੀਆਂ ਜੀ। ਇਹਨਾਂ ਨੇ ਲਗਾਤਾਰ ਅੱਧਾ ਪੌਣਾ ਘੰਟਾ ਗੋਲੀ ਚਲਾਈ ਆ, ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ। ਜੇ ਪ੍ਰਸ਼ਾਸਨ ਚਾਹੁੰਦਾ ਪਹਿਲਾਂ ਉਹਨਾਂ ਦੇ ਕਾਰਵਾਈ ਹੁੰਦੀ ਤੇ ਇਹਨਾਂ ਮਸਲਾ ਨਹੀਂ ਹੋਣਾ। ਜੋ ਪਹਿਲਾਂ ਕੋ ਹਲੇ ਪੁਲਿਸ ਮੁਲਾਜ਼ਮ ਉੱਥੇ ਖਲੋਤੇ ਆ, ਪਿੰਡ ਦਾ ਜੋ ਸਰਪੰਚ ਆ, ਪਿੰਡ ਦੇ ਸਰਪੰਚ ਨੇ ਮੌਕੇ ਤੇ ਜਾ ਕੇ ਤੇ ਪੁਲਿਸ ਸੱਦੀ ਆ, ਸਭ ਕੁਝ ਲਾਗੇ ਖਲੋਤਾ, ਤੇ ਪੁਲਿਸ ਦੇ ਮੁਲਾਜ਼ਮਾਂ ਦੇ ਸਾਹਮਣੇ ਉਸ ਪਿੰਡ ਦੇ ਸਰਪੰਚ ਦੇ ਲਿਆ ਕੇ ਦਾਤਰ ਮਾਰਿਆ, ਕੀ ਮਾਰਿਆ, ਉਹਦਾ ਸਿਰ ਉੱਥੇ ਮੌਕੇ ਦੇ ਉੱਤੇ ਜੋ ਵੀਡੀਓ ਦੇ ਵਿੱਚ ਮੌਜੂਦ ਆ, ਮੌਕੇ ਦੇ ਉੱਤੇ ਸਿਰ ਪਾੜਦਾ ਉਹਦਾ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ। ਔਰ ਪੁਲਿਸ ਮੁਲਾਜ਼ਮਾਂ ਦੇ ਵੀ ਇੱਟ ਵੱਜੀ ਆ, ਜਦੋਂ ਡਾਂਗਾਂ ਵੱਜੀਆਂ ਵਾ ਮੌਕੇ ਦੇ ਉੱਤੇ ਇੰਨਾ ਧੱਕਾ ਗਾ। ਸਾਡੇ ਐਸਐਸਪੀ ਸਾਹਿਬ ਡਾਇਰੈਕਟਲੀ ਇਹਦੇ ਸਾਰੇ ਜਿਹੜੇ ਮਸਲੇ ਤੇ ਨਿਗਾਹ ਰੱਖ ਰਹੇ ਨੇ। ਸਾਡੇ ਐਸਪੀ ਸਾਹਿਬਾਨ, ਡੀਐਸਪੀ ਸਾਹਿਬਾਨ, ਸਾਡੇ ਐਸਐਚਓ ਸਾਹਿਬਾਨ ਦੇ ਹੈੱਡਕੁਆਟਰ ਤੋਂ ਵੀ ਫੋਰਸ ਆਈ ਹੋਈ ਕਾਫੀ ਉੱਥੇ ਜਿਹੜੀ ਆ ਪਿੰਡ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਵਾਸਤੇ ਲੱਗੇ ਹੋਏ ਆ ਸਾਰੇ। ਤੇ ਸਰ ਜਿਹੜੇ ਪਿੰਡ ਤੇ ਜਿਹੜਾ ਜ਼ਿਮੀਂਦਾਰ ਹੈ, ਜਿਹੜਾ ਪਰਿਵਾਰ ਹੈ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ, ਜਿਸ ਤਰੀਕੇ ਕਿ ਉਹਨਾਂ ਨੇ ਪਸ਼ੂਆਂ ਦੇ ਲਈ ਜਿਹੜਾ ਚਾਰਾ ਲੈਣ ਜਾਣਾ ਵਾ, ਜਾਂ ਕਿਸ ਤਰੀਕੇ ਦੀ ਇਦਾਂ ਦੀ ਕੋਈ ਗੱਲਬਾਤ ਹੈ? ਨਹੀਂ, ਫਿਲਹਾਲ ਮੇਰੇ ਧਿਆਨ 'ਚ ਤਾਂ ਕਿਸੇ ਨੇ ਇਹੋ ਜਿਹੀ ਗੱਲ ਲਿਆਂਦੀ ਨਹੀਂ ਹੈ ਜੀ। ਉਹ ਜਿਹੜਾ ਪਹਿਲਾਂ ਹੋ ਗਿਆ ਵਾ ਉਹਦੇ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ, ਠੀਕ ਹੈ। ਉਹਦੇ ਵਿੱਚ ਜਿਹੜੇ ਵੀ ਕਲਪ੍ਰੀਟਸ ਨੇ, ਦੋਸ਼ੀਜ਼ ਨੇ, ਉਹਨਾਂ ਦੇ ਖਿਲਾਫ ਹੀ ਐਫਆਈਆਰ ਲੌਂਚ ਕਰ ਦਿੱਤੀ ਹੋਈ ਹੈ। ਸਰ ਕਿੰਨੇ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਹੋਏ? ਉਹਦੇ ਵਿੱਚ ਅਸੀਂ ਇੱਕ ਬੰਦਾ ਗ੍ਰਿਫਤਾਰ ਕਰ ਲਿਆ ਹੋਇਆ, ਜਿਨ੍ਹਾਂ ਦੇ ਬਾਈ ਨੇਮ ਸੀ ਆਪਣਾ ਅੰਗਰੇਜ਼ ਸਿੰਘ। ਸਰ ਹੁਣ ਕੀ ਜਿਹੜੇ ਪਿੰਡ ਵਿੱਚ ਦੂਜੇ ਜਿਹੜੇ ਪਰਿਵਾਰ ਆ, ਕਿਉਂਕਿ ਜਿਨ੍ਹਾਂ ਦਾ ਤੇ ਝਗੜਾ ਹੋਇਆ ਉਹ ਚਲੋ ਅਲੱਗ ਗੱਲ ਆ, ਜਿਹੜੇ ਦੂਸਰੇ ਪਰਿਵਾਰ ਆ ਜਿਹੜੇ ਇਸੇ ਚੱਕਰ ਦੇ ਵਿੱਚ ਪਿਸ ਰਹੇ ਆ, ਜਿਨ੍ਹਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲ ਆ, ਜਾਂ ਤੁਹਾਨੂੰ ਦੱਸਿਆ ਵੀ ਚਾਰਾ ਲਿਆਉਣ ਜਾਂ ਦੁੱਧ ਜਿਹੜਾ ਬਾਹਰ ਪਾਉਣ ਦਾ ਨਹੀਂ, ਐਸੀ ਮੈਂ ਪਿੰਡ ਤੋਂ ਹੀ ਆਇਆ, ਹੁਣੇ ਉੱਥੋਂ ਹੀ ਆ ਰਿਹਾ ਵਾਂ। ਮੈਂ ਪਿੰਡ ਦਾ ਰਾਉਂਡ ਲਗਾ ਗਿਆ, ਪਰ ਕਿਸੇ ਨੇ ਇਹੋ ਜਿਹੀ ਗੱਲ ਮੇਰੇ ਧਿਆਨ 'ਚ ਨਹੀਂ ਲਿਆਂਦੀ। ਪੀਸਫੁਲ ਹੈ ਸਥਿਤੀ, ਨਾ ਕਿਸੇ ਨੇ ਕਿਸੇ ਇਹੋ ਜਿਹਾ ਮੈਨੂੰ ਕੰਪਲੇਂਟ ਹੀ ਕੀਤੀ ਆ ਕਿ ਕੋਈ ਰੋਕ ਰਿਹਾ ਕਿਸੇ ਨੂੰ। ਕੋਈ ਵੀ ਉੱਥੇ ਫਰੀਲੀ ਮੂਵ ਕਰ ਸਕਦਾ ਵਾ। ਨਹੀਂ ਵੇਖੋ, ਐਸੀ ਤਾਂ ਕੋਈ ਉੱਥੇ ਗੱਲ ਨਹੀਂ, ਉੱਥੇ ਪ੍ਰੋਪਰ ਫੋਰਸ ਲੱਗੀ ਹੋਈ ਆ, ਤੇ ਮੈਨੂੰ ਨਹੀਂ ਲੱਗ ਰਿਹਾ ਵੀ ਕੋਈ ਇਹੋ ਜਿਹੀ ਕਿਸੇ ਨੂੰ ਮੁਸ਼ਕਲ ਆਈ ਹੋਵੇ ਉੱਥੇ। ਠੀਕ ਹੈ ਸਰ, ਦਿਨ ਰਾਤ ਜਿਹੜੀ ਉੱਥੇ ਫੋਰਸ ਲੱਗੀ ਹੈ 24 ਆ ਰਹੀ। ਸਰ ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਕਿ ਜਿਹੜੇ ਪਿੰਡ ਤੋਂ ਬਾਹਰ ਦਾ ਕੋਈ ਬੰਦਾ ਜਿਹੜਾ ਇਸ ਵਕਤ ਪਿੰਡ ਦੇ ਵਿੱਚ ਨਾ ਹੋਵੇ, ਜਿਸ ਤਰੀਕੇ
ਕਿਉਂਕਿ ਉਹਨਾਂ ਨੇ ਕਿਹਾ ਵਾ ਵੀ ਗੁੱਜਰ ਜਿਹੜੇ ਬਾਹਰੋਂ ਵੀ ਆ ਕੇ ਤੇ ਇੱਥੇ ਵੜੇ ਘਰ ਚ ਇਹਨਾਂ ਦੇ। ਗੁੱਜਰ ਵੇਖੋ ਜਿਨ੍ਹਾਂ ਦੇ ਹੁਣ ਡੈਥ ਹੋਈ ਆ ਉਹਨਾਂ ਦੇ ਸਾਕ ਸੰਬੰਧੀ ਤੇ ਆਣੇ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ। ਉਹ ਉਹਨਾਂ ਦਾ ਜਿਹੜਾ ਦੁੱਖ ਵੰਡਾਉਣ ਵਾਸਤੇ ਆ ਰਹੇ ਆ, ਤੇ ਬਾਕੀ ਕਿਸੇ ਨੂੰ ਮਾਹੌਲ ਜਿਹੜਾ ਵਾ ਉਹ ਖਰਾਬ ਨਹੀਂ ਕਰਨ ਦਿੱਤਾ ਗਿਆ। ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥ 'ਚ ਲੈਣ ਦੀ ਆਗਿਆ नहीं दी जाएगी। ठीक है सर। खबर जालौन से है, जहां के बसोब गांव में अपहरण के बाद एक युवक की बेरहमी से हत्या कर दी गई। इस हत्या का कोच पुलिस ने खुलासा कर दिया है। हत्या की वजह शराब पीने को लेकर झगड़ा बताया गया है। इस झगड़े के दौरान युवक का गला दबा दिया था, जिस कारण उसकी मौत हो गई। आपको बता दें कि मरा हुआ देख आरोपियों ने शव को छिपाने के लिए उसे झांसी बॉर्डर के पास से निकली नहर किनारे फेंक दिया है। पुलिस ने हत्या में शामिल तीनों आरोपियों को गिरफ्तार कर उन्हें जेल भेज दिया है। कोच कुताई क्षेत्र में एक अपहरण का हत्या हुई थी, पुलिस ने उसको क्या देखिए ये मुकदमा जो है 46/2022 थाना कोच में लिखा गया था, 364 के अंतर्गत लिखा गया था, जिसमें रविंदर और बबलू नामजद व्यक्ति थे। इनके द्वारा इनके ऊपर में आरोप लगाया गया था कि इन्होंने जो इनका साथी सुनील है उसको कहीं गायब कर दिया गया है। और इसी पे जब तफ्तीश की गई, पूछताछ की गई और जानकारी इकट्ठा किया गया, तो इसमें पता ये चला कि रविंदर और बबलू के साथी, उनका एक अन्य साथी जो है पंकज है, इन तीनों लोगों ने रात्रि में डीजे के बाद में और सुनील की गला दबाकर हत्या कर दी। उसकी बॉडी जो है झांसी जिले में अपने वैगन आर से ले जाकर डंप कर दी थी। इनकी निशानदेही में बॉडी को भी रिकवर कर लिया गया है। तीनों व्यक्तियों को गिरफ्तार कर जेल भेजा जा रहा है। धारा 364 के अलावा 302, 201 और धारा 34 IPC की बढ़ोतरी भी की गई है और अग्रिम विधिक कार्रवाई की जा रही है। खबर बाराबंकी से है, जहां थाना कोठी क्षेत्र का है, जहां अनियंत्रित डंपर ने 3 लोगों को रौंद डाला। एक व्यक्ति की मौके पर ही मौत हो गई, जबकि 2 गंभीर रूप से घायल हो गए। पूरा मामला बाराबंकी के कोठी थाना क्षेत्र के अंतर्गत का है। आपको बताते चले कि तेज रफ्तार डंपर का संतुलन बिगड़ने से रोड के किनारे बनी चाय की दुकान में जा घुसा, जिससे मौके पर मौजूद लोगों ने 3 लोग को उसकी चपेट में आ गए। एक व्यक्ति जगप्रसाद पुत्र प्रभु 55 वर्ष निवासी भानमऊ की मौके पर ही मौत हो गई। 2 ही गंभीर रूप से घायल हुए हैं। पुलिस ने मृतक का पोस्टमार्टम के लिए भेज दिया है। फिलहाल डंपर का ड्राइवर अभी फरार बताया जा रहा है। मौके पर पुलिस मौजूद है। ड्राइवर डंपर मालिक की तलाश की जा रही है। खबर फर्रुखाबाद से है, जहां स्थानीय निकाय सफाई मजदूर संघ उत्तर प्रदेश के द्वारा ज्ञापन दिया गया। जिलाधिकारी महोदय फतेहगढ़ को नीरज कुमार प्रदेश उपाध्यक्ष के द्वारा ज्ञापन दिया गया। नगर पालिका परिषद कायमगंज के समस्त कर्मचारियों का वेतन और संविदा और सेवानिवृत्ति कर्मचारियों जिनका 6 माह का बकाया भुगतान अभी तक नहीं हुआ है, जिसको लेकर कर्मचारियों ने कलेक्ट्रेट परिषद में आकर धरना दिया। उन्होंने बताया हमारी मांगों को जल्द से जल्द पूरा किया जाए। कर्मचारियों ने बताया अगर हमारा वेतन हमको पूरा नहीं दिया गया तो हम ऐसी स्थिति में अनशन पर बैठने हेतु बाध्य है, जिसकी समस्त जिम्मेदारी प्रशासन की होगी। किस बात को लेके ये ज्ञापन दिया गया आज? कायमगंज की सफाई कर्मचारियों की समस्याएं लंबे समय से चली आ रही है। अभी कुछ दिन पहले जो है हड़ताल भी हुई थी कर्मचारियों की, लेकिन उसमें आश्वासन देकर जो है वो चेयरमैन साहब और यूओ साहब ने जो आश्वासन दिया कि इनकी समस्या का जल्द समाधान कर दिया जाएगा, लेकिन उस पर भी कोई अभी तक किसी भी कर्मचारी की समस्या का समाधान नहीं किया गया। अभी तक कोई समस्या का समाधान नहीं कोई हुआ? भी नहीं किया गया। आज क्या बताया है? अभी उन्होंने कहा कि हम जो है उनसे वार्ता करके जल्द से जल्द आपकी समस्या में निवारण कराएंगे। फिर आगे की रणनीति क्या रहेगी? हड़ताल पर रहेगी, आगे हड़ताल बैठेंगे हम लोग, हड़ताल पर रहेंगे हम लोग, भूख हड़ताल करेंगे, धरना करेंगे, चक्का जाम करेंगे टाइम पे का, जब तक हमारा सोशल नहीं खत्म होएगा। खबर संभल से है, जहां नाबालिग लड़की के साथ बलात्कार हुआ है। ग्रामीणों ने युवक पर आरोप लगाया कि रामलीला देखने लड़की गई थी। लड़की को होमगार्ड के सामने खींचकर ले जाकर बलात्कार किया गया, लेकिन थाने की पुलिस कार्रवाई नहीं कर रही है। आपको बता दें कि एसपी दफ्तर जाकर मदद की गुहार लगाई है। पूरा मामला थाना धनाधारी क्षेत्र का है। क्या नाम है आपका? अनीता। अनीता, कितनी उम्र है आपकी? 14। क्या मामला है, यहाँ आज आई हो आप? रात हम लीला देख रहे थे, टॉयलेट लगी थी, हमें टॉयलेट फिरने गए थे, फिर यहाँ पर 3 लड़के थे, उन्होंने मेरा मुँह पकड़ के बंद कर लिया था और मेरी सहेली छूट के भाग गई, मुझे गैर में ले गए थे। फिर मैं गैर होश हो गई थी, मुझे होश नहीं दिया, मेरे साथ बदतमीजी की। उन लड़कों को पहचानती हो? पहचानती हूँ। क्या नाम है लड़कों के? एक का सौमीर नाम है, और दूसरे का रोहदास। अच्छा, तो आपने थाने में शिकायत की है? कि तो
क्या कह रहे हैं, पुलिस क्या कह रही थी वहाँ की? पुलिस ने तो उल्टे बयान लिए थे। क्या 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 कहा आपसे? आपसे मुझसे तो नो किया, छेड़छानी की बात बताई खुद। मेरा होश नहीं था, थोड़ा थोड़ा होश है। तो यहाँ किस लिए आई हो? यहाँ आई हो आप कलेक्ट्रेट पे, किस लिए आई हो? किसी अधिकारी से मिली थी? क्या, किन से मिली थी? इस हिसाब से क्या कहा सीओ साहब ने? थाने के लिए। क्या नाम है आपका? विजयपाल नाम है जी मेरा। विजयपाल, आज यहाँ एसपी दफ्तर आए हो, क्या मामला है? मामला ये है, रात मेरी बेटी हीलर देख रही थी ठाकुर जी देव आश्रम पे, और वो 2 लड़की, एक हमारी बेटी थी, एक साथ और थी लड़की सहेली उसकी, ये दोनों पेशाब करने गई थी लीला में से उठ के। तो 2-3 लड़के थे, 2-3, तो उन्होंने दोनों लड़कियों को पकड़ा था उन लड़कों ने। तो उन्होंने वो लड़की जो दूसरी थी उसने चुन्नी यूँ पड़ी थी उसकी, यूँ पकड़ी थी, वो तो यूँ छूट गई चुन्नी उसकी, वो तो भाग गई एक लड़की। और ये मेरी बेटी थी, ये इसकी यूँ चुन्नी पड़ी थी, इसको लिए पकड़ के ले गए खींच के, नहीं है 2 लड़के गए उनमें, और इसके साथ रेप किया है और बलात्कार भी किया है। इसका नग्न अवस्था में मिली है। वहाँ 2 कांस्टेबल भी थे और हजारों लोग गांव के भी थे। कांस्टेबल कौन थे? वहीं उसी थाने के थे? हाँ, उनकी ड्यूटी थी वहीं पे, लीला में ड्यूटी थी उनकी। उनके सामने हुआ है क्या? हाँ जी, उनके सामने उठा के लाए हैं इसे नग्न अवस्था में। पुलिस क्या कह रही है इस मामले में? पुलिस तो जी एसपी साहब से आए थे हम यहाँ, तो उन्होंने अब थाने के लिए भेजा है हमें कि थाने के लिए जाइए। थाने भी तो गए होंगे पहले, उन्होंने भी तो कुछ कहा होगा। थाने गए थे, ये होश में नहीं थी, रात ये बेहोशी में उठा के लाए थे। पता नहीं क्या क्या बयान लिया इससे, और क्या क्या इसने खेत के जुम्मों में से निकला, उसी के ऊपर अंदरूनी चेकअप के लिए उन्होंने नहीं दिया। अभी सीओ साहब से मुलाकात हुई है, उन्होंने क्या आदेश दिया? उन्होंने ये आदेश दिया है, आप थाने के लिए जाइए, आपकी सुनवाई होगी। हम अभी थाने जा रहे हैं। आपका क्या नाम है? पूरन सिंह। पूरन सिंह, क्या मामला हुआ था लड़की के साथ में? बात ऐसा हुआ था, ये माँ और बेटी लीला देखने के लिए गई थी। जो हमारे ठाकुर जी देव आश्रम पर लीला होती है, वहाँ 4-5 गांव लोग के देखने के लिए आते हैं। तो रात लमसम 12 साढ़े 12 बजे करीब 2 बेटी यानी पेशाब करने के लिए गई थी। तो जैसे ही वो पेशाब करने के लिए गई थी, तो वहीं पर 2 लोग हाथ लगा कर बैठे हुए थे। जैसे ही वो लड़की आई, एक लड़की को उठा के ले गई जबरन, गेहूँ को खेतों में ले गई खींचने। एक लड़की दूसरी वाली भी थी, उसे भी खींचने की कोशिश करी, मगर उनसे छूट गए, भाग गई। फिर उसने उस लड़की की माँ को बताया, तब उसकी माँ जो रोती हुई बिलखती हुई तब उसके तरफ भागी, गेहूँ की तरफ। तब सारा मेला, टोटल जितनी पब्लिक थी, सारे मेला के लोग उस खेत की तरफ भागे। कितने लोग होंगे मेले में? मेले में लमसम हो 3-4 हज़ार आदमी। सारे लोग भाग पड़े? सारे लोग एकदम भाग पड़े। जब ही अचानक एकदम लाइट बंद कर दी गई पूरी मेला की। मेले की लाइट बंद कर दी गई? मेले की लाइट भी बंद कर दी गई। फिर वहाँ 2 पुलिस वाले भी थे घटना पर, वे भी पहुँचे थे, जो मेला में ड्यूटी लगी हुई थी। अच्छा। हाँ, वे भी पहुँचे। तो जब तक मेला पहुँचा, जब ये लोग सारे लोग पहुँचे, तो वो लड़की अंग अवस्था में, बिल्कुल नग्न अवस्था में पड़ी थी, बेहोश हो गई थी लड़की। तब पुलिस वाले पहुँचे, गाँव वाले पहुँचे, तब वो लड़की उठाई है। फिर उसको लमसम आधे 20 मिनट में होश आया उसमें। आप गवाह हो इस चीज़ के? जी।